नमस्कार दोस्तों, मैं सनी स्वागत करदा ਤੁਹਾਡੇ ਆਪਣੇ ਚੈਨਲ ਤੇ ਕੈਰੀਅਰ ਐਜ ਮੇਕਿੰਗ ਕੈਰੀਅਰ ਤੇ। ਤੇ ਅੱਜ ਆਪਾਂ ਇੱਧਰ ਆਏ ਹਾਂ ਜੀ, ਜਿਹੜਾ ਹੁਣੀ ਆਪਣਾ ਰੀਸੈਂਟ ਐਗਜ਼ਾਮ ਹੋਇਆ ਹੈ ਉਹਨੂੰ ਡਿਸਕਸ ਕਰਨ ਵਾਸਤੇ। ਤਾਂ ਬਹੁਤ ਵਧੀਆ ਵਧੀਆ ਕੁਐਸਚਨ ਨੇ। ਕਲੀਅਰ? ਤਾਂ ਚਲੋ ਵਧਦੇ ਹਾਂ ਕੁਐਸਚਨ ਨੰਬਰ 1 ਦੀ ਤਰਫ। ਨੰਬਰ 1 ਕਹਿ ਰਿਹਾ, Amit sold a mobile at a gain of 31%. Had he been sold it at 294 rupees, then more the gain would be 38%. Find the cost per mobile. ਆਪਾਂ ਮੰਨ ਲਿਆ ਲੈਟ CP is equal to 100%। ਪਹਿਲੇ ਕੀ ਕਹਿ ਰਹੇ ਸਾਨੂੰ ਕਿ ਆਪਾਂ 31% ਦੇ ਗੇਨ ਤੇ ਵੇਚਿਆ ਹੈ। ਇਹਦਾ ਮਤਲਬ SP1 ਕਿੰਨਾ ਹੋ ਗਈ 131%। ਕਲੀਅਰ? ਦੇਖਿਓ, ਮੈਂ ਜਦੋਂ ਵੀ ਇਸ ਤਰ੍ਹਾਂ ਦੀ ਕੁਐਸਚਨ ਕਰਾਣਾ ਕੋਰਸ 'ਚ ਵੀ ਮੈਂ ਹਮੇਸ਼ਾ ਕਹਿਣਾ ਕਿ ਜਦੋਂ ਵੀ ਇਸ ਤਰ੍ਹਾਂ ਦਾ ਕੁਐਸਚਨ ਆਵੇ ਨਾ ਤੇ ਸਿੱਧਾ ਪਰਸੈਂਟੇਜ ਨੂੰ ਡੀਲ ਕਰੋ। ਇਹ ਮਨੀ ਹੈ ਨਾ, ਜਿਹੜੀ ਮਨੀ ਹੈ ਇਹਨੂੰ ਹਮੇਸ਼ਾ ਐਂਡ 'ਚ ਆਪੇ ਹੀ ਆਪਾਂ ਕਰ ਲੈਣਾ। ਤੇ ਜੇ ਦੂਜਾ ਕੇਸ ਅਪਣਾਈਏ, ਕਿੰਨਾ ਪਰਸੈਂਟ ਹੈ 38%, ਯਾਨੀ 138%। ਹੁਣ ਕੁਝ ਸੋਚ ਕੇ ਦੇਖਿਓ ਬੱਚੋ, 131 ਤੋਂ ਆਪਾਂ 138 ਜਾ ਰਹੇ, ਕਿੰਨੇ ਪਰਸੈਂਟ ਦਾ ਇੰਕਰੀਮੈਂਟ 7% ਦਾ। ਇਹ 7% ਦਾ ਇੰਕਰੀਮੈਂਟ ਕਿਉਂ ਹੈ? ਬਿਕੋਜ਼ ਸਾਡੇ ਕੋਲ 294 ਰੁਪਏ ਹੋਣੇ ਹੀ ਪਏ ਹੈ। तो 7% ਦੀ ਵੈਲਿਊ ਕਿੰਨੀ ਹੈ 294 रुपीज़। ਤਾਂ 1% ਦੀ ਵੈਲਿਊ ਕਿੰਨੀ ਹੋਣੀ ਹੈ 7 ਚੌਕੇ 28 42। ਜੇ 1% ਦੀ ਵੈਲਿਊ 42 ਆ ਗਈ ਤਾਂ ਡੈਫੀਨਿਟਲੀ 100% ਦੀ ਵੈਲਿਊ ਕਿੰਨੀ ਆਣੀ ਹੈ 4200 रुपीज़। क्लियर है? ਆਹੀ ਮੇਰਾ आंसर है ऑप्शन नंबर बी। बहुत ਵਧੀਆ क्वेश्चन ਸੀ। ठीक है, चलो चलते हैं नेक्स्ट क्वेश्चन की तरफ। बहुत आउटस्टैंडिंग क्वेश्चन है, इस तरह का क्वेश्चन एक्सपेक्टेड कितना सी। हाउ मेनी 3 डिजिट्स नंबर आर डिविजिबल बाय 5 और 9। देखो इस तरह के क्वेश्चन जब की करना है, ਜੇ ਮੈਂ ਗੱਲ ਕਰਾਂ ਸਾਡੇ 3 ਨੰਬਰ ਕਿੱਥੋਂ ਸਟਾਰਟ ਹੁੰਦੇ ਸਟਾਰਟਿੰਗ ਫਰੋਮ 100। ਕਲੀਅਰ ਹੈ? ਮਿਨੀਮਮ ਇਹੀ ਹੁੰਦਾ 3 ਡਿਜਿਟ ਦਾ। ਤੇ ਇਹ ਮੈਂ ਕਹਾਂਗਾ ਮਿਨੀਮਮ ਨੰਬਰ। ਕਲੀਅਰ ਹੈ? ਜੇ ਮੈਂ ਮੈਕਸਿਮਮ ਨੰਬਰ ਦੇਖਾ ਕਿੰਨਾ 999। ਮੈਕਸਿਮਮ ਨੰਬਰ ਕਿੰਨਾ 999। ਜੇ ਆਪਾਂ ਟੋਟਲ ਨੰਬਰ ਕੱਢੀਏ 3 ਡਿਜਿਟ ਦੇ ਕਿੰਨੇ ਹੋਣੇ 999 ਮਾਈਨਸ 100 ਕਿੰਨਾ ਹੋ ਗਿਆ 899। ਕਲੀਅਰ ਹੈ? ਹੁਣ ਦੇਖੋ ਆਪਾਂ ਕਰਨਾ ਕਿ ਆਪਾਂ ਪਹਿਲਾਂ ਇੰਡੀਵਿਜੂਅਲੀ ਕੱਢਦੇ ਹਾਂ। ਮੈਂ ਕੱਢਦਾ ਨੰਬਰ डिविजिबल बाय 5 ਕਿੱਦਾਂ ਕੱਢਦੇ ਆਪਾਂ 899 ਡਿਵਾਈਡਡ ਬਾਈ 5 ਕਰੋ। ਆ ਕਿੰਨਾ ਆ ਗਿਆ ਸਾਡੇ ਕੋਲ 179। ਤੇ ਇਹ 'ਚ ਆਪਾਂ 1 ਐਡ ਕਰ ਦੇਣਾ। ਠੀਕ ਹੈ, ਤੇ ਆਨਸਰ ਇਜ਼ 180। ਇਹ ਹੁਣ ਆਨਸਰ ਨਹੀਂ ਆਇਆ, ਆਈ ਮੀਨ ਟੂ ਸੇ ਜਦੋਂ ਆਪਾਂ 5 ਨਾਲ ਕਰਨੇ ਫਿਰ ਆਪਾਂ ਕਿਹਦੇ ਨਾਲ ਕਰਨਾ 5 ਔਰ 9। ਕਲੀਅਰ? ਤੇ ਜੇ 9 ਨਾਲ ਕਰਾਂਗੇ ਨੰਬਰ ਡਿਵਿजिबल ਬਾय 9 ਉਹ ਕਿੱਦਾਂ ਕਰਾਂਗੇ ਬੇਟਾ ਅਗੇਨ 899 डिवाइडेड बाय 9 ਇਹ ਕਿੰਨਾ ਆਣਾ 99। ਕਲੀਅਰ ਹੈ? ਰਿਮਾਈਂਡਰ ਜੋ ਬਚ ਰਿਹਾ ਬਚਣ ਤੋਂ ਕੋਈ ਗੱਲ ਨਹੀਂ। ਤਾਂ ਇਹ 'ਚ ਵੀ 1 ਐਡ ਕਰ ਦੋ ਕਿੰਨੇ ਹੋ ਗਏ 100। ਤੇ ਆਪਾਂ ਇੱਕ ਹੋਰ ਚੀਜ਼ ਲੈਣੀ ਹੈ, ਇਹਨਾਂ ਦਾ LCM 45 ਬਿਕੋਜ਼ ਇਹ ਕੀ ਹੋਣੇ ਹੈ ਕਾਮਨ ਨੰਬਰ। ਆ ਕਿੱਦਾਂ ਕੱਢੋਗੇ ਅਗੇਨ 899 डिवाइड बाय 45 कितना आ जाना 20 ਨਾਲ ਕਰੋਗੇ तो 900 आ जाना। तो डेफिनेटली 19 आऊगा। इस पे 1 ऐड कर देना कितना हो गया 20। ਤਾਂ 20 ਨੰਬਰ ਕਾਮਨ ਨੇ। ਤਾਂ ਟੋਟਲ ਨੰਬਰ ਕਿੰਨੇ ਹੋਏ ਸਾਡੇ ਕੋਲ 180 प्लस 100 माइनस 20। क्लियर है? ਆ ਕਿੰਨਾ ਆ ਗਿਆ 260। ਤਾਂ ਆਹੀ ਮੇਰਾ ਬਹੁਤ ਆਊਟਸਟੈਂਡਿੰਗ ਆਨਸਰ ਆਪਸ਼ਨ ਨੰਬਰ ਬੀ। ਬਹੁਤ ਬੱਚੇ 'ਚ ਮੈਨੂੰ ਮੈਸੇਜ ਆਏ ਸੀ, ਬੜੇ ਸਾਰੇ ਕਮੈਂਟ ਆਏ ਸੀ ਕਿ ਸਰ ਇਹ ਕੁਐਸਚਨ ਜਿਹੜਾ डिटेल से करा, ਆਪਾਂ बहुत डिटेल से कराए हैं। क्लियर है? चलो चलते हैं नेक्स्ट क्वेश्चन की तरफ। फाइंड द रॉन्ग टर्म। और देखਦੇ ਹਾਂ। ਦੇਖੋ ਰੋਂਗ ਟਰਮ ਕਰਨ ਵਾਸਤੇ ਕੀ ਕਰਨਾ ਪੈਣਾ, ਪਹਿਲਾਂ 16 ਤੋਂ 6 ਤੋਂ ਜਾਂ 16 ਤੇ। ਦੇਖੋ 6 ਤੋਂ ਆਪਾਂ 16 'ਚ ਕਿੱਦਾਂ ਜਾ ਸਕਦੇ 6 ਗੁਣਾ 2 ਪਲੱਸ 4 ਕਰ ਸਕਦੇ। ਬਟ ਇੱਥੇ ਆਪਾਂ ਲੱਭਣੀ ਤਾਂ 16 ਦੇ, ਫਿਰ ਕਿੱਥੇ ਜਾਣਾ ਆਪਾਂ 42। ਤਾਂ 42 ਤੇ 110 ਤੇ 110 ਤੇ 274 ਤੇ 690। देखो इधर कोई सीक्वेंस बन रही है, बिल्कुल बन रही है। अंदर 6 गुना जे मैं 2.5 करा ते इस च प्लस कर दवा आ कितना हो गया 15 प्लस 1 16। नेक्स्ट सीक्वेंस देखो अगेन जे मैं 16 ਨੂੰ 2.5 ਕਰਾਂ ਤੇ ਇਹ 'ਚ 2 ਐਡ ਕਰ ਦਵਾਂ ਆ ਗਿਆ ਸੀਕੁਐਂਸ ਬਿਲਕੁਲ। ਤੇ ਜਦੋਂ ਤੁਸੀਂ 42 ਨੂੰ ਕਰਨ ਲੱਗੇ ਹੋ
इंटू 2.5 ਹੁਣ ਦੇਖਿਓ ਸੀक्वेंस ਕੀ ਆ ਰਿਹਾ 1 ਐਡ ਕਰਦਾ 2 ਐਡ ਕਰਦਾ ਇੱਥੇ ਕੀ ਐਡ ਹੋਣਾ 3 ਤਾਂ ਆ ਕਿੰਨਾ ਆਣਾ ਚਾਹੀਦਾ 108 ठीक है जी 42 84 84 प्लस 21 कितना हो गया 5 105 प्लस 3 108 ਤਾਂ ਇੱਧਰ ਕਿੰਨਾ ਆ ਰਿਹਾ 110 ਤਾਂ ਇਹੀ ਸਾਡਾ ਕੀ ਹੈ ਰੋਂਗ ਨੰਬਰ ਕਰਕੇ ਦੇਖ ਲਓ ਨੈਕਸਟ ਵਾਲਾ ठीक है यही आना 108 इंटू 2.5 प्लस 4 कितना हो गया 216 53 कितना हो गया 270 प्लस नेक्स्ट नंबर 4 आना है आंसर 270 तो नेक्स्ट टाइम अपनी 274 ही था फिर 690 आनी क्लियर है तो आंसर इज 110 बहुत बढ़िया क्वेश्चन सी भी क्वेश्चन था आया जी कंडेदार बहुत बढ़िया क्वेश्चन है रमेश invested rupees 42,80,500 for future of his two daughters aged 10 year and 15 years such that they may get equal amount when each of them reach the age of 20 years. Okay, the original amount is 4287500 has been instructed to be invested at 10% per annum simple interest. Find the amount invested by Ramesh for his elder sister. बहुत बढ़िया क्वेश्चन है इस तरह के क्वेश्चन आने पूरी उम्मीद देखो जब सिंपल इंटरेस्ट की गल करिए इधर लिखना किन्ना पी RT/100 तो जे मैं अमाउंट की गल करा किन्ना होना प्रिंसिपल प्लस PRT/100 ठीक है दो डॉटर्स ने ਇਹ ਮੈਂ ਮੰਨਦਾ ਇੱਕ ਨੂੰ x ਮਿਲਿਆ ਤੇ ਇੱਕ ਨੂੰ y ਮਿਲਿਆ ਆਪਾਂ ਇਹਨੂੰ ਹੁਣੇ ਲਿਖਣਾ ਹੀ ਨਹੀਂ ਕਿਉਂਕਿ ਮੈਕਸਿਮਮ ਕੀ ਕੀਤਾ ਹੋਇਆ ਇੱਕ ਨੂੰ x ਮੰਨ ਲਓ ਦੂਜਾ ਕਿੰਨਾ ਹੋ ਗਿਆ 42 ਇੰਨਾ 42,87,500 ਮਾਈਨਸ x ਬਟ ਇਦਾਂ ਕਰਨ 'ਚ ਬਹੁਤ ਬੜੀ ਦਿੱਕਤ ਹੈ ਐਂਡ 'ਚ ਆਪਾਂ ਇਹਨੂੰ ਇਕੁਏਟ ਕਰ ਲੈਣਾ ਕਲੀਅਰ ਹੈ ਤਾਂ ਜੇ ਮੈਂ ਗੱਲ ਕਰਾਂ ਪਹਿਲਾਂ ਕਿੰਨਾ x ਪਲੱਸ ਆਫ ਅਮਾਊਂਟ x ਇਹ 'ਚ ਕਿੰਨਾ ਟਾਈਮ ਹੈ 10 ईयर एंड 15 ईयर्स तो पहले जो छोटी वाली बेटी है उन्होंने कितना टाइम लगना जी 10 साल तो रेट ऑफ इंटरेस्ट कितना इधर 10% डिवाइडेड बाय 100 ये तो सीधा अपना आंसर आ जाना तो जी सेकंड नो करा y मेरा क्या अमाउंट y टाइम कितना सेकंड 15 ईयर्स है तब 5 साल लगने हैं और रेट ऑफ इंटरेस्ट इतने भी किया 10% ਤੇ 100 ਬਿਕੋਜ਼ ਇਕੁਅਲ ਅਮਾਉਂਟ ਦਿੱਤਾ ਸਾਨੂੰ ਆਪਾਂ ਇਕੁਅਲ ਅਮਾਉਂਟ ਲੈਣਾ ਤਾਂ ਕਿੰਨਾ ਜੀ 2 ਆ ਦੇਖੋ ਕੱਟ ਗਿਆ सर 2x इज इक्वल टू 3y/2 हाँ जी ठीक है जे आप x अपॉन y कटिए इधर x अपॉन y कटिए कितना आ जाना 3/4 x y कटो कितना आ गया 3/4 जे बेटा 3/4 आ गया ਇਹਦਾ मतलब कि जो भी अमाउंट है ਆ ਕੀ ਚ डिवाइड ਹੋਇਆ 3/4 ਚ ਆਪਾਂ ਕਹਿ ਸਕਦੇ ਹਾਂ 7 यूनिट ਦੀ ਵੈਲਿਊ 4287500 ਤਾਂ 1 यूनिट ਦੀ ਵੈਲਿਊ ਕਿੰਨੀ ਆਣੀ ਹੈ 4287500 डिवाइडेड बाय 7 और कितना आ गया 612500 तो ਆਪਾਂ ਕੀ ਪੁੱਛੇ 4 यूनिट ਦੀ ਵੈਲਿਊ ਕਿੰਨੀ ਹੋਗੀ 24 ठीक है जी ਤਾਂ ਇਹੀ ਮੇਰਾ ਬਹੁਤ ਆਊਟਸਟੈਂਡਿੰਗ ਕੁਐਸਚਨ ਸੀ ਬੱਚਿਓ ਨੇ ਬਹੁਤ ਇੰਪੋਰਟੈਂਟ ਕੁਐਸਚਨ ਦੇਖੋ ਕਿੰਨੀ ਆਸਾਨੀ ਨਾਲ ਕੀਤੇ ਆਪਾਂ ਕਲੀਅਰ ਹੈ ਤੇ ਜੇ ਤੁਸੀਂ 42 87 500 ਲੈ ਕੇ ਚੱਲੋਗੇ ਤਾਂ ਬਹੁਤ ਮੁਸ਼ਕਿਲ ਹੋ ਜਾਣੀ ਕਲੀਅਰ ਹੈ क्लियर चलो नेक्स्ट क्वेश्चन सॉरी the population of a city is it has been predicted that in the next year the population will be decreased at the rate of 20% clear what will be the population of the city after 4 years ठीक है देखो 20% का मतलब की है 1/5 ਜੇ ਮੈਂ ओरिजिनल ਦੇ फाइनल ਦੀ ਗੱਲ ਕਰਾਂ ਆਪਣੇ ਕੋਲ ਕਿਉਂ ਡਿਕਰੀਜ਼ ਹੋ ਰਿਹਾ ਜਿਹੜੀ ਚੀਜ਼ 4 5 थी ਕਿੰਨੀ ਹੋ ਗਈ 4 ठीक है नेक्स्ट भी कितनी हो गई ਜਿਹੜੀ ਚੀਜ਼ 5 ਸੀ ਉਹ ਕਿੰਨੀ ਹੋ ਗਈ 4 ਕਿੰਨੇ ਸਾਲ ਦੀ ਗੱਲ ਹੈ 4 ਸਾਲ ਦੀ अगेन 504 504 ਆ ਕਿੰਨਾ ਆ ਗਿਆ 625 ਆ ਕਿੰਨਾ 256 ਹੁਣ 256 ਦੀ ਵੈਲਿਊ ਆਪਾਂ ਨੂੰ ਦਿੱਤੀ ਹੈ ਕਿੰਨੀ
ਹਾਂਜੀ ਉਹ ਸਪਿਨਰ ਦੀ ਆਪਾਂ ਨੂੰ ਵੈਲਿਊ ਦਿੱਤੀ ਹੈ, ਇੱਕ ਮਿੰਟ, ਸਾਨੂੰ ਦਿੱਤੀ ਹੈ, ਉਹ ਸੌਰੀ, ਆਪਾਂ ਨੂੰ ਦਿੱਤੀ 625 ਦੀ ਵੈਲਿਊ। ਓਕੇ, ਆਪਾਂ ਨੂੰ 625 ਦੀ ਵੈਲਿਊ ਦਿੱਤੀ ਕਿੰਨੀ, 95000। हाँ कितना टाइम हो गया, कुछ सोच के देखो आप। 15200 ਜਦੋਂ ਆਪਾਂ ਇਹਨੂੰ ਡਿਵਾਈਡ ਕਰਾਂਗੇ ਤਾਂ ਇਹਨੂੰ ਵੀ 15200 ਨਾਲ ਕੀ ਕਰ ਦੋ, ਮਲਟੀਪਲਾਈ, देन आवर आंसर विल बी हाउ मच, 3891200। ਬਹੁਤ ਆਸਾਨ ਕੁਐਸਚਨ ਸੀ, ਪਰ ਥੋੜਾ सा ਕੈਲਕੂਲੇਟਿਵ ਸੀ, ਤਾਂ ਕੈਲਕੂਲੇਸ਼ਨ ਦੀ ਕਰਨੀ ਪੈਣੀ ਪੇਪਰ 'ਚ। ਠੀਕ ਹੈ, ਚਲੋ ਵਧਿਆ ਨੈਕਸਟ ਕੁਐਸਚਨ ਤੇ। Sham, who has a certain amount with him, goes to fruit shop. He can buy 100 bananas or 80 apple with the amount he has. He retains 10% of the amount for bus fare and buys 40 apples, few bananas from the remaining amount. How many bananas had he brought? देखो, मैं कहता शाम को 100 रुपये हैं, ठीक है, मैं मान लिया, मेरी मर्जी है, तो 100 रुपये ते कितने बनाना खरीद सकते हैं, 100। क्लियर है, मैं 100 मान लिया, इदा मतलब एक बनाना का रेट कितना हो गया, 1 रुपी। फिर मैं क्या आ गया, 100 बनाना है, तो की कर सकता है, 80 एप्पल खरीद सकते हैं। हाँ जी, 80 एप्पल खरीद सकते हैं, तो जे 100 बनाना 80 एप्पल खरीद सकते हैं, एक बनाना का एक एप्पल का कितना रेट होया, 1.25। ठीक है जी, 1.25 होया। ਹੁਣ ਧਿਆਨ ਨਾਲ ਦੇਖੋ, ਜੇ ਆਪਾਂ ਕੀ ਕਰੀਏ, ਹੀ ਰਿਟਰਨ 10% ਦੇ, ਦੇਖੋ ਜੇ 100 ਸੀਗਾ, ਉਹਨੇ 10% ਆਪਣੇ मतलब 10 रुपए रख लिए किस वास्ते, बस फिर। ठीक है, बाय 40 एप्पल, देखिए 40 एप्पल, एक एप्पल कितने था, 1.25। हाँ जी 1.25, ਤਾਂ ਜੇ ਉਹਨੇ 40 एप्पल खरीदे होने, किन्ने ਦੇ खरीदे होने, तो 40 करो कितना हो गया, 50 रुपए ਦੇ। ਹੁਣ ਕਿੰਨੇ ਪੈਸੇ ਬਚੇ ਆ, 40 रुपए, ਤਾਂ ਡੈਫੀਨਿਟਲੀ ਉਹਨੇ ਕੀ ਕਰਨਾ ਹੈ, 40 ਬਣਾਉਣਾ। ਓਕੇ, ਇਹ ਸਭ ਤੋਂ ਆਊਟਸਟੈਂਡਿੰਗ ਤਰੀਕਾ ਇਸ ਕੁਐਸਚਨ ਨੂੰ ਕਰਨ ਦਾ, ਛੋਟਾ ਤੇ ਟਿਕਾਊ। ਕਲੀਅਰ ਹੈ, ਚਲੋ ਨੈਕਸਟ ਕੁਐਸਚਨ ਤੇ ਵਧਦੇ ਹਾਂ। एक क्वेश्चन से माड़ी करेक्शन सी, ये कुछ और लिखा सी, आप ठीक करता। द एवरेज ऑफ 8 नंबर इज 75, द एवरेज ऑफ द फर्स्ट 3 नंबर इज 50, द एवरेज ऑफ द नेक्स्ट 2 नंबर इज 75, द सेवंथ नंबर इज 10 more than the sixth number and 10 less than the eighth number. What is the average of the 7 and 8th नंबर। बहुत बढ़िया क्वेश्चन, देखो मैं क्या, 8 नंबर है, एवरेज 75 है, तो सम कितना होया, जे मैं सम करता सम कितना हो गया, 600। देखियो अपने को पहले 3 नंबर है, तो सम ऑफ फर्स्ट 3 नंबर कितना होया साडे कोल, 3 into 50, 150, सम ऑफ नेक्स्ट 2 नंबर कितने होए साडे कोल, 75 या 2 into 75। इदा मतलब है जेडे अपने को 3 नंबर बचे हैं उन्हों का सम कितना है, सम ऑफ रिमेनिंग 3 नंबर कितना हो गया, 600, माइनस होगा कितने हो गए, 300, 300। इधर तक साडा क्वेश्चन बिल्कुल ठीक है, कोई गल नहीं। हुण अपने को 6th नंबर है, एक 7th नंबर है, तो एक 8th नंबर है। क्लियर, तो क्वेश्चन भी कह रहे हैं 7th नंबर इज 10 मोर देन द 6th नंबर। मैं मान लिया ये x है, ना की हो गया x + 10, तो एक ही हो गया x + 20, बिकॉज क्वेश्चन च की दिता है कि जेड़ा साडा 6वां नंबर है वो 10 लैस है कितों, 8th 7th सॉरी 10 मोर देन द 6th नंबर, ए वाला नंबर 7th नंबर 6th नंबर तो 10 ज्यादा है, तो 8 तो b 10 कम है, तो आप की कह सकते हैं इतों x + x + 10 + x + 20। क्लियर, इज इक्वल टू कितना दिता है, 300, तो 3x इज इक्वल टू कितना आ गया, 300 माइनस 3 इज इक्वल टू 270, तो x की वैल्यू कितनी आ गई, 90। हुण की पूछ रहा है 7वें ते 8वें नंबर की एवरेज। क्लियर है, इदा मतलब पहला सम करो x + 10 + 20 डिवाइडेड बाय 3, कितना हो गया, 90 90 180
210 और सॉरी 2 दो नंबर ने डिवाइडेड बाय 2 डिवीजन कितना 105 क्लियर। तो ऑप्शन नंबर सी मेरा बहुत ठीक है। देखो अब आप इस क्वेश्चन को ना एक तरह से और कर सकते हैं। कितना देखो मैं मान लिया तीनों नंबर कितने 100 100 100 बट क्वेश्चन च की है कि ए वाला नंबर 10 ज्यादा है ਤਾਂ ਇਹ ਜੇ 90 ਹੋਇਆ ਤਾਂ ਇਹਨੇ ਕਿੰਨਾ ਹੋਣਾ 100 ਤਾਂ ਇਹ ਕਿੰਨਾ ਹੋ ਫਿਰ ਧਿਆਨ ਨਾਲ ਦੇਖੋ 110 ਸਮ ਅੱਜ ਵੀ ਕਿੰਨਾ ਸਾਡੇ ਕੋਲ ਹੁਣੇ ਵੀ ਕਿੰਨਾ ਹੈ 300 ਤਾਂ ਐਵਰੇਜ ਇਹਨਾਂ ਦੀ ਕਿੰਨੀ ਸਾਫ਼-ਸਾਫ਼ ਦਿਖ ਰਿਹਾ 105 ਆਪਾਂ ਇਹ ਕਰਨ ਦੀ ਲੋੜ ਹੀ ਨਹੀਂ ਹੈ ਜੇ ਥੋੜਾ ਜਿਹਾ ਲੌਜੀਕਲ ਤਰੀਕੇ ਤੋਂ ਵਧੀਆ ਕਲੀਅਰ ਹੈ। ਚਲੋ ਨੈਕਸਟ क्वेश्चन ਦੇ ਵਧਦੇ ਹਾਂ। A bottle of milk contains 3/4 of the milk and rest is water ਇਹਦਾ ਮਤਲਬ ਕੀ ਹੈ ਜਿਵੇਂ ਮਿਲਕ ਦੇਖਾਂ ਤੇ ਜਿਵੇਂ ਵਾਟਰ ਦੇਖਾਂ ਮਿਲਕ ਕਿੰਨਾ ਹੈ 3:1 ਤੇ ਵਾਟਰ ਕਿੰਨਾ 1 ਜੇ ਆਪਾਂ ਬਣਾਉਂਗੇ ਮਿਲਕ 3/4 ਤੇ ਵਾਟਰ ਕਿੰਨਾ ਆਣਾ 1/4 4 ਤੋਂ 4 ਕੱਟਣਾ ਤਾਂ 3:1 ਹੀ ਆਣਾ ਕਲੀਅਰ। ਨੈਕਸਟ ਇਜ਼ ਸੇਇੰਗ ਹਾਊ ਮਚ ਆਫ ਦ ਮਿਕਸਚਰ ਮਸਟ ਬੀ ਟੇਕਨ ਆਫ। ਹੁਣ ਗੱਲ ਸੁਣੋ ਜਦੋਂ ਆਪਾਂ ਮਿਕਸਚਰ ਟੇਕ ਆਫ ਕਰ ਲਿਆ ਤਾਂ ਵੀ ਆਪਣੇ ਕੋਲ ਸੇਮ ਹੀ ਰੇਸ਼ੋ ਰਹਿਣੇ ਕਲੀਅਰ ਐਂਡ ਸਬਸਟੀਟਿਊਟ ਬਾਈ ਇਕੁਅਲ ਕੁਆਂਟੀਟੀ ਆਫ ਵਾਟਰ ਸੋ ਦੈਟ ਹਾਫ ਮਿਲਕ ਐਂਡ ਵਾਟਰ। ਮੈਂ ਕਹਿੰਦਾ ਮਿਲਕ ਤੇ ਵਾਟਰ ਹਾਫ ਆਫ ਰਹਿਣਾ ਜੇ ਤੁਸੀਂ ਮਿਲਕ ਐਡ ਕੀਤਾ ਜੇ ਤੁਸੀਂ ਵਾਟਰ ਐਡ ਕੀਤਾ ਮਿਲਕ ਕਾਂਸਟੈਂਟ ਰਹੂ ਇਹਨੂੰ 3 ਨਾਲ ਮਲਟੀਪਲਾਈ ਕਰੋ ਕਲੀਅਰ ਆ ਕਿੰਨਾ ਹੋ ਗਿਆ 3:1 ਆ ਕੀ ਹੋ ਗਿਆ 3:3 ਇਹਦਾ मतलब ਆ ਮੇਰੀ ਇਨੀਸ਼ੀਅਲ ਨਹੀਂ ਆ ਮੇਰੀ ਫਾਈਨਲ ਕੁਆਂਟੀਟੀ ਤੇ ਇਨੀਸ਼ੀਅਲ ਕੁਆਂਟੀਟੀ ਬਰਾਬਰ ਹੈ। ਇਹ 4 ਸੀਗਾ ਇਹ ਆ ਗਿਆ 6 तो ਡੈਫੀਨਿਟਲੀ ਤੁਸੀਂ 2 ਲੀਟਰ ਕੱਢਿਆ ਹੋਣਾ ਇਹ ਕਦੋਂ ਸੀ ਜਦੋਂ ਆਪਾਂ ਕੱਢਿਆ ਹੋਇਆ ਸੀ ਕਲੀਅਰ ਹੈ ਤੇ ਇਨੀਸ਼ੀਅਲ ਕੁਆਂਟੀਟੀ ਤੇ ਫਾਈਨਲ ਸੇਮ ਸੀ ਤਾਂ ਡੈਫੀਨਿਟਲੀ 2/6 ਆਨਸਰ ਇਜ਼ 1/3 बहुत ही ਵਧੀਆ क्वेश्चन ਸੀ क्लियर है सो आंसर इज 1/3। नेक्स्ट क्वेश्चन महेश गैस 25% मार्क्स एंड फेल बाय 75 मार्क्स। देखियो ये मैक्सिमम मार्क्स है अब मिनिमम मार्क्स है तो यहाँ से हटा के पासिंग मार्क्स क्लियर। महेश गॉट 25% मार्क्स एंड फेल बाय 75 मार्क्स। अब महेश है जी महेश ਦੇ 25% ਨੰਬਰ ਨੇ ਤਾਂ 75 ਨੰਬਰਾਂ ਤੇ ਕੀ ਹੋ ਗਿਆ ਫੇਲ ਕਲੀਅਰ। ਮੋਹਨ ਗੈਟ 52%। अब मोहन ने ਕੀ ਕੀਤਾ ਹੁਣ मोहन ਦੇ 52% ਨੇ which are 22 more than the passing marks ਦਾ मतलब ਆ ਕਿੰਨੇ 22% डेफिनेटली कितने होने 30%। ਜੇ 22% ਹੈ ਤਾਂ डेफिनेटली पासिंग मार्क्स 30% ਹੋਣੇ ਇੱਧਰ ਦੇਖੋ 5% ਦੀ ਵੈਲਿਊ ਕਿੰਨੀ ਦਿੱਤੀ ਸਾਨੂੰ 75 ਤਾਂ 1% ਦੀ ਵੈਲਿਊ ਕਿੰਨੀ ਆ ਗਈ 15 ਤੋਂ ਤਾਂ ਕੀ पूछा मैक्सिमम 100% ਦੀ वैल्यू कितनी आ गई 1500 ऑप्शन नंबर सी। लॉजिकल से बहुत आसान क्वेश्चन है कुछ ऐसा है नहीं क्वेश्चन से कि बहुत बड़ा इन्हों का ये क्लियर है। तो चलिए बेटा चलते नेक्स्ट क्वेश्चन ਤੇ ਹੁਣ ਦੇਖਿਓ ਆ ਹੁਣ ਡੀਆਈ ਆਈ ਸੀ ਤੁਸੀਂ ਕੁਝ ਨਹੀਂ ਕਰਨਾ ਤੁਸੀਂ ਸਾਰਿਆਂ ਨੂੰ ਐਡ ਕਰ ਦਿਓ ਬਸ ਐਡ ਕੀ ਹੋਣਾ ਐਡ ਦੇਖਿਓ क्वेश्चन ਚ ਹੈਗਾ ਹੀ पहला कितना होना 120 दूसरा कितना होना 124 फिर 126 फिर लास्ट वाला कितना होना 123 ऐड करके कितना आ रहा है 6 4 10 3 आ रहा है 493 ये तो अलावा की आ सकता है आंसर बताओ एक क्वेश्चन सर पूछने वाला चलो फिर भी कितना था पकड़ा था नेक्स्ट क्वेश्चन चलो उस क्वेश्चन से कुछ सीखा ही नहीं क्वेश्चन से पूछा की है कि यार अपने कोल की है how many total student there in all 4 semester sections ਤਾਂ ਸਾਰੇ ਨੂੰ ਐਡ ਹੀ ਤਾਂ ਕਰਨਾ ਹੋਰ ਕੀ ਕਰਨਾ ਸਿੰਪਲ ਕਲੀਅਰ। ਚਲੋ देखो which section has maximum pass percentage in both the semester। देखो ਜੇ ਮੈਂ A ਦੀ ਗੱਲ ਕਰਾਂ ਕਿੰਨੇ ਪਾਸ ਹੈ स्टूडेंट पास इन बोथ semester 70 ਕਿੰਨੇ ਚੋਂ ਟੋਟਲ ਕਿੰਨਾ ਆਇਆ ਕਰਕੇ ਆਪਣਾ ਆਇਆ 120 into 100% ਜਿਹਨੂੰ ਕੱਢੋਗੇ ਆ ਗਿਆ 58.33% ਬਹੁਤ ਘੱਟ ਜਗ੍ਹਾ ਤੁਸੀਂ ਡੀਆਈ ਪਾਓਗੇ ਇਦਾਂ ਦੀ ਤਾਂ ਬਸ ਕਰੀਅਰ ਸੇ ਦਾ ਡੀਆਈ ਦੀ ਪਰਮਾਰ ਹੈਗੀ ਹੈ। ਸੈਕੰਡ 'ਚ ਕਿੰਨੀ ਹੈ 75 ਜੇ ਸਾਰੇ ਸੈਕਸ਼ਨ ਬੀ ਨੂੰ ਐਡ ਕਰੋਗੇ ਕਿੰਨਾ ਹੋਊਗਾ 124 बिल्कुल जीते 100% आ कितना होगा 60.48%। जब मैं सीधी गल करा टोटल कितना 80 आउट ऑफ
126 इंटू ऑफ 100% आ कितना होगा करके 63.49 अप्रॉक्सीमेट। क्लियर है। तो डी दी गल करिए कितना है 81 किन्ने चो 23 8 2 10 तो 12 बिल्कुल जी इंटू ऑफ 100% आ कितना होगा साडा 65.66%। तो साफ साफ दिख ही रहा। मैक्सिमम पूछा है लगी है डी च क्लियर 58 बिल्कुल जी डी च। तो चलो नेक्स्ट देखो इस तरह के क्वेश्चन बहुत आसान होंगे ने बस तुसी क्वेश्चन को समझना है। ठीक है चलो नेक्स्ट क्वेश्चन चलते हैं बेटा। सेक्शन हैज मिनिमम फेलियर रेट इन सेमेस्टर 2 देखियो जे मैं एक दी गल करा कि 10 बाय ਆਪਾਂ ਹੁਣੇ ਐਡ ਕੀਤਾ ਸੀ 120 into 100% ਆ ਕਿੰਨਾ ਹੈ 8.3%। ਤੇ B ਦੀ ਗੱਲ ਕਰੀਏ ਸਮੈਸਟਰ 2 ਪੁੱਛਿਆ ਨਾ ਬਟ ਫੇਲਿयर ਨੇ ਸਮੈਸਟਰ 2 ਤੇ B ਦੀ ਗੱਲ ਕਰੀਏ ਆਪਾਂ ਕਿੰਨਾ ਹੋਣਾ 9 by 124 into 100% is equal to ਆ ਕਿੰਨਾ ਆਣਾ approximately 7.2%। C ਦੀ ਗੱਲ ਕਰੀਏ ਆਪਾਂ 7 बटे ऐड करके ऐसे 126 into 100% कितना आ गया 5.5%। डी की गल करी कितना आएगा 12 डिवाइडेड बाय 123 इंटू आ कितना 9.7%। तब मिनिमम पूछा मिनिमम की चाह रहे हैं सी क्लियर है। तो इतने की ऐसे साडा आंसर 65.66 ऑप्शन नंबर डी क्लियर। बहुत आसान जी डीआईसी है कोई मुश्किल नहीं थी। और जीपीएस की फ्लो पीछे हुई है क्वेश्चन से क्यों दिया है ग्लोबल पोजीशनिंग सिस्टम। ठीक है तो देखियो आप बहुत ही कॉन्सेप्चुअल क्वेश्चन कितने बेटा 5 ठीक है। बेस्ट अप्रोच ਲਈ बेस्ट कंटेंट ਲਈ बेस्ट टीचिंग न्यू मैथड्स ਲਈ न्यू क्राइटेरियाज ਲਈ नए क्वेश्चन ਲਈ प्लीज 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 करियर मेकिंग कर रहे थे आओ तो एडमिशन लियो तो देखियो फिर ਅਸੀਂ ਕੀ डिलीवर करते हैं। प्लीज यूट्यूब फेसबुक ਤੇ ਟੈਲੀਗ੍ਰਾਮ ਤੇ ਫੋਲੋ ਕਰਨਾ ਨਾ ਭੁੱਲਿਓ। वी आर फ्रॉम छोटी बरादरी पटियाला। और नंबर इज 955 1500 ते 41। थैंक यू।